ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਜੀ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ। ਤਾਂ ਹਾਂਜੀ ਦੋਸਤੋ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ਾ ਪੰਜਾਬੀ ਏ ਦਾ ਸੈਂਪਲ ਪੇਪਰ ਲੈ ਕੇ ਆ ਚੁੱਕਿਆ ਵਿਦ ਸੋਲਿਊਸ਼ਨ। ਅੱਗੇ ਵੀਡੀਓ ਵਿੱਚ ਦੱਸਾਂਗੇ। ਸਾਰਿਆਂ ਤੋਂ ਪਹਿਲਾਂ ਕੁੱਲ ਅੰਕ ਜਿਹੜਾ 35 ਦਾ ਪੇਪਰ ਹੈਗਾ, ਉਸ ਤੋਂ ਅੱਗੇ ਸੁੰਦਰ ਲਿਖਾਈ ਦੇ ਆਪਾਂ ਨੂੰ 2 ਅੰਕ ਜਿਹੜੇ ਮਿਲਣਗੇ। ਸੈਕਿੰਡ 'ਤੇ ਆ ਜਾਂਦਾ ਵਸਤੂਨਿਸ਼ਟ ਪ੍ਰਸ਼ਨ। ਸਾਰਿਆਂ ਤੋਂ ਪਹਿਲਾ ਪ੍ਰਸ਼ਨ ਹੈਗਾ ਭਾਈ ਗੁਰਦਾਸ ਜੀ ਦੀ ਕਿਸੇ ਇੱਕ ਕਵਿਤਾ ਦਾ ਨਾਂ ਦੱਸੋ। ਤਾਂ ਇਹ ਸਾਰੇ ਆਨਸਰ ਆਪਾਂ ਤੁਹਾਨੂੰ ਦੱਸਾਂਗੇ। ਸਾਰਿਆਂ ਤੋਂ ਜਿਹੜਾ ਫਸਟ ਹੈ ਉਸ ਦਾ ਆਨਸਰ ਆਪਣਾ ਹੈਗਾ ਸਤਿਗੁਰ ਨਾਨਕ ਪ੍ਰਗਟਿਆ। ਅਤੇ ਦੂਜੀ ਜਿਹੜੀ ਕਵਿਤਾ ਇੱਕ ਹੋਰ ਦੱਸ ਦਿੰਦਾ ਦੇਖ ਪਰਾਇਆ ਚੰਗੀਆਂ। 2 ਕਵਿਤਾਵਾਂ ਆਪਾਂ ਤੁਹਾਨੂੰ ਦੱਸਦੀਆਂ। ਉਸ ਤੋਂ ਅੱਗੇ ਹੈਗਾ ਸੈਕਿੰਡ ਮਨੁੱਖ ਦਾ ਆਚਰਣ ਕਿੱਥੇ ਬਣਦਾ ਹੈ। ਇਸ ਦਾ ਆਨਸਰ ਹੈਗਾ ਘਰ ਵਿੱਚ। ਤੀਜਾ ਹੈਗਾ ਮਾਸੀ ਕਿਹੜੇ ਦੇਸ਼ ਗਈ ਸੀ। ਇਸ ਦਾ ਆਨਸਰ ਹੈਗਾ ਥਰਡ ਦਾ ਇੰਗਲੈਂਡ ਵਿੱਚ। ਚੌਥਾ ਹੈਗਾ ਵਜ਼ੀਰਾ ਵੀਰਾਂ ਵਾਲੀ ਦਾ ਕੀ ਲੱਗਦਾ ਹੈ। ਇਸ ਦਾ ਆਨਸਰ ਹੈਗਾ ਚੌਥੇ ਦਾ ਪੁੱਤਰ। ਅਤੇ ਪੰਜਵਾਂ ਹੈਗਾ ਬੰਤੇ ਦੇ ਕਿੰਨੇ ਬੱਚੇ ਸਨ। ਇਸ ਦਾ ਆਨਸਰ ਹੈਗਾ 3 ਬੱਚੇ। ਤਾਂ ਉਸ ਤੋਂ ਅੱਗੇ ਤੀਜਾ ਆ ਜਾਂਦਾ ਕਿਸੇ ਇੱਕ ਕਾਵਿ ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਭੰਡਾ ਜੰਮਿਆ ਭੰਡੇ ਨਿੰਮਿਆ ਭੰਡੇ ਮੰਗਣ ਵਿਆਹ ਭੰਡਾ ਹੋਵੈ ਦੋਸਤੀ ਭੰਡਾ ਚਲੈ ਰਾਹ ਭੰਡਾ ਮੂਆ ਭੰਡ ਭਾਲੀਐ ਭੰਡਾ ਹੋਵੈ ਬੰਧਨ ਸੋ ਕਿਉ ਮੰਦਾ ਆਖੀਐ ਜਿਤ ਜਮੈ ਰਜਾਨ ਜਾਨ ਨਾ ਤਿਸ ਭਾਰੇ ਪਰਬਤਾ ਅਸਮਾਨ ਖਹਿੰਦੇ ਨਾ ਤਿਸ ਭਾਰੇ ਕੋਟਗੜ੍ਹ ਘਰ ਬਾਰ ਦਿਸੰਦੇ ਨਾ ਤਿਸ ਭਾਰੇ ਸਾਇਰਾ ਨਦਵਾਰ ਵਹੰਦੇ ਨਾ ਤਿਸ ਭਾਰੇ ਤਰਵੜਾ ਫਲ ਸਫਲ ਫਲੰਦੇ। ਤਾਂ ਇਹਨਾਂ ਦੋਨਾਂ ਦੇ ਕਾਵਿ ਟੋਟੇ ਦੀ ਪ੍ਰਸੰਗ ਵਿਆਖਿਆ ਤੁਹਾਨੂੰ ਅੱਗੇ ਦੱਸਦੇ ਹਾਂ। ਤਾਂ ਹਾਂਜੀ ਆਪਣਾ ਪਹਿਲਾ ਕਾਵਿ ਟੋਟਾ ਜੋ ਕਿ ਸੋ ਕਿਉਂ ਮੰਦਾ ਆਖਿਆ ਦੇ ਵਿੱਚੋਂ ਲਿਆ ਗਿਆ ਹੈ, ਇਸ ਦੀ ਪ੍ਰਸੰਗ ਹੈਗੀ ਹੈ। ਇਹ ਕਾਵਿ ਟੋਟਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਸਾ ਦੀ ਵਾਰ ਵਿੱਚੋਂ ਲਿਆ ਗਿਆ ਇੱਕ ਸ਼ਲੋਕ ਹੈ ਅਤੇ ਇਹ ਸਾਹਿਤਮਾਲਾ ਪੁਸਤਕ ਵਿੱਚ ਸੋ ਕਿਉਂ ਮੰਦਾ ਆਖਿਆ ਸਿਰਲੇਖ ਹੇਠ ਦਰਜ ਹੈ। ਇਸ ਸ਼ਲੋਕ ਵਿੱਚ ਗੁਰੂ ਜੀ ਨੇ ਸਮੁੱਚੇ ਮਨੁੱਖੀ ਜੀਵਨ ਵਿੱਚ ਇਸਤਰੀਆਂ ਦੀ ਲੋੜ ਅਤੇ ਮਹਾਨਤਾ ਨੂੰ ਪਛਾਣਨ ਦਾ ਸੰਦੇਸ਼ ਦਿੱਤਾ ਹੈ। ਇਹਨਾਂ ਸਤਰਾਂ ਵਿੱਚ ਗੁਰੂ ਜੀ ਇਸਤਰੀ ਨੂੰ ਬੁਰਾ ਕਹਿਣ ਜਾਂ ਉਸ ਨੂੰ ਨੀਵਾਂ ਦਰਸਾਉਣ ਦੀ ਭਾਵਨਾ ਦਾ ਖੰਡਨ ਕਰਦੇ ਹਨ। ਵਿਆਖਿਆ ਗੁਰੂ ਜੀ ਫਰਮਾਉਂਦੇ ਹਨ ਕਿ ਮਨੁੱਖੀ ਜੀਵ ਇਸਤਰੀਆਂ ਤੋਂ ਜਨਮ ਲੈਂਦਾ ਹੈ ਅਤੇ ਇਸਤਰੀਆਂ ਦੇ ਪੇਟ ਵਿੱਚ ਹੀ ਉਸ ਦਾ ਸਰੀਰ ਬਣਦਾ ਹੈ। ਇਸਤਰੀ ਨਾਲ ਹੀ ਉਸ ਦੀ ਕੁੜਮਾਈ ਅਤੇ ਵਿਆਹ ਹੁੰਦਾ ਹੈ। ਇਸਤਰੀ ਦੇ ਰਾਹ ਵਿੱਚ ਹੀ ਜੀਵ ਦਾ ਹੋਰਨਾਂ ਲੋਕਾਂ ਨਾਲ ਸੰਬੰਧ ਬਣਦਾ ਹੈ। ਇਸਤਰੀ ਦੇ ਰਾਹ ਹੀ ਸੰਸਾਰ ਦੀ ਉਤਪਤੀ ਦਾ ਰਾਹ ਚੱਲਦਾ ਹੈ। ਜੇਕਰ ਇਸਤਰੀ ਮਰ ਜਾਵੇ ਤਾਂ ਮਨੁੱਖ ਹੋਰ ਇਸਤਰੀ ਦੀ ਭਾਲ ਕਰਦਾ ਹੈ ਅਤੇ ਇਸਤਰੀ ਤੋਂ ਹੀ ਉਸ ਦੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ। ਜਿਸ ਇਸਤਰੀ ਜਾਤੀ ਤੋਂ ਰਾਜੇ ਵੀ ਜਨਮ ਲੈਂਦੇ ਹਨ ਉਸ ਨੂੰ ਬੁਰਾ ਜਾਂ ਨੀਵਾਂ ਆਖਣਾ ਠੀਕ ਨਹੀਂ। ਇਸਤਰੀ ਦਾ ਦਰਜਾ ਸਮੁੱਚੇ ਸੰਸਾਰ ਦੇ ਮਨੁੱਖੀ ਜੀਵਨ ਵਿੱਚ ਬਹੁਤ ਉੱਚਾ ਹੈ। ਅਤੇ ਉਸ ਤੋਂ ਦੂਜਾ ਜਿਹੜਾ ਆਪਣਾ ਕਾਵਿ ਟੋਟਾ ਦਿੱਤਾ ਸੀ ਉਸ ਦੀ ਪ੍ਰਸੰਗ ਅਤੇ ਵਿਆਖਿਆ ਹੈਗੀ ਹੈ। ਪ੍ਰਸੰਗ ਦੇ ਵਿੱਚ ਇਹ ਕਾਵਿ ਟੋਟਾ ਭਾਈ ਗੁਰਦਾਸ ਜੀ ਦੀ ਰਚਨਾ ਹੈ ਅਤੇ ਇਹ ਸਾਹਿਤਮਾਲਾ ਪੁਸਤਕ ਵਿੱਚ ਅਕਿਰਤ ਘਣ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਨੇ ਅਕਿਰਤ ਘਣ ਦੀ ਦੁਰਦਸ਼ਾ ਨੂੰ ਬਿਆਨ ਕੀਤਾ ਹੈ। ਵਿਆਖਿਆ ਭਾਈ ਸਾਹਿਬ ਲਿਖਦੇ ਹਨ ਕਿ ਧਰਤੀ ਨੂੰ ਅਸਮਾਨਾਂ ਨਾਲ ਖਹਿੰਦੇ ਉੱਚੇ ਪਹਾੜ ਭਾਰੇ ਲੱਗਦੇ ਹਨ। ਉਸ ਨੂੰ ਕੋਟਗੜ੍ਹ ਅਤੇ ਘਰ-ਬਾਰ ਜੋ ਸਾਨੂੰ ਦਿਸਦੇ ਹਨ ਉਹ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਸਮੁੰਦਰ 'ਤੇ ਵਗਦੇ ਹੋਏ ਨਦੀਆਂ ਅਤੇ ਵਾਹੜੇ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਚੰਗੇ ਫਲਾਂ ਨਾਲ ਭਰੇ ਹੋਏ ਰੁੱਖ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਇੱਧਰ ਉੱਧਰ ਘੁੰਮ ਰਹੇ ਅਣਗਿਣਤ ਜੀਵ ਜੰਤੂ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਤਾਂ ਕੇਵਲ ਅਕਿਰਤ ਕਣ ਭਾਰੇ ਲੱਗਦੇ ਹਨ ਕਿਉਂਕਿ ਉਹ ਮੰਦਿਆਂ ਤੋਂ ਵੀ ਮੰਦੇ ਹੁੰਦੇ ਹਨ। ਤਾਂ ਹਾਂਜੀ ਉਸ ਤੋਂ ਅੱਗੇ ਆਪਣਾ ਚੌਥਾ ਕੁਐਸਚਨ ਹੈਗਾ ਕੇਂਦਰੀ ਭਾਵ ਗਗਨ ਮੈਂ ਥਾਲ ਜਾਂ ਆਪ ਭਲਾ ਸਭ ਜਗ ਭਲਾ। 3 ਅੰਕਾਂ ਦਾ ਜਿਹੜਾ ਆਪਾਂ ਨੂੰ ਇਹ ਕੇਂਦਰੀ ਭਾਵ ਆਵੇਗਾ। ਤਾਂ ਗਗਨ ਮੈਂ ਥਾਲ ਕਵਿਤਾ ਦਾ ਕੇਂਦਰੀ ਭਾਵ ਲਿਖੋ। ਆਨਸਰ ਹੈਗਾ ਸਾਰੀ ਕੁਦਰਤ ਹਰ ਸਮੇਂ ਸਰਗੁਣ ਅਤੇ ਨਿਰਗੁਣ ਸਰੂਪ ਵਾਲੇ ਪ੍ਰਭੂ ਦੀ ਆਰਤੀ ਉਤਾਰਨ ਦੇ ਆਹਰ ਵਿੱਚ ਜੁਟੀ ਹੋਈ ਹੈ। ਜੀਵ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਉਸ ਦੀ ਕਿਰਪਾ ਨਾਲ ਪ੍ਰਾਪਤ ਹੋਈ ਗੁਰੂ ਦੀ ਸਿੱਖਿਆ ਅਨੁਸਾਰ ਜਦੋਂ ਸਾਰੇ ਜੀਵਾਂ ਵਿੱਚ ਪ੍ਰਭੂ ਦੀ ਜੋਤ ਨੂੰ ਵਸਦੀ ਅਨੁਭਵ ਕਰਕੇ ਉਸ ਦੇ ਭਾਣੇ ਵਿੱਚ ਚੱਲਦਾ ਹੈ ਤਾਂ ਉਹ ਵੀ ਕੁਦਰਤ ਦੁਆਰਾ ਉਤਾਰੀ ਜਾ ਰਹੀ ਇਸ ਆਰਤੀ ਵਿੱਚ ਸ਼ਾਮਲ ਹੋ ਜਾਂਦਾ ਹੈ। ਦੂਜੀ ਕਵਿਤਾ ਹੈਗੀ ਆਪਣੀ ਆਪ ਭਲਾ ਜਗ ਭਲਾ। ਭਲੇ ਨੂੰ ਯੁਧਿਸ਼ਟਰ ਵਾਂਗ ਸਾਰਾ ਸੰਸਾਰ ਹੀ ਭਲਾ ਪਰ ਬੁਰੇ ਨੂੰ ਦੁਰਯੋਧਨ ਵਾਂਗ ਸਾਰਾ ਸੰਸਾਰ ਹੀ ਬੁਰਾ ਦਿਸਦਾ ਹੈ। ਨਾਲ ਹੀ ਹਰ ਇੱਕ ਨੂੰ ਆਪਣੀ ਭਾਵਨਾ ਦਾ ਹੀ ਫਲ ਪ੍ਰਾਪਤ ਹੁੰਦਾ ਹੈ ਜਿਸ ਕਰਕੇ ਪਾਂਡਵ ਕ੍ਰਿਸ਼ਨ ਜੀ ਦੇ ਪਿਆਰ ਅਤੇ ਕੌਰਵ ਉਸ ਦੇ ਤਿਰਸਕਾਰ ਦੇ ਪਾਤਰ ਬਣੇ। ਪ੍ਰਸ਼ਨ 6ਵਾਂ ਆ ਜਾਂਦਾ ਆਪਣਾ ਕੋਈ ਇੱਕ ਪ੍ਰਸ਼ਨ ਕਰੋ। ਫਸਟ ਹੈਗਾ ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕਹਿੰਦੇ ਹਨ ਅਤੇ ਉਸ ਤੋਂ ਅੱਗੇ ਹੈਗਾ ਮਾਸੀ ਇੰਗਲੈਂਡ ਤੋਂ ਇੰਡੀਆ ਕਿਉਂ ਪਰਤ ਆਉਣਾ ਚਾਹੁੰਦੀ ਸੀ। 4 ਅੰਕਾਂ ਦਾ ਜਿਹੜਾ ਆਪਾਂ ਨੂੰ ਇਹ ਪ੍ਰਸ਼ਨ ਆਵੇਗਾ। ਤਾਂ ਆਪਣਾ ਪਹਿਲੇ ਦਾ ਉੱਤਰ ਹੈਗਾ
ਆਮ ਲੋਕ ਖੱਤਰੀ ਜਾਤ ਨਾਲ ਸੰਬੰਧਿਤ ਭਲਿਆਂ ਦੇ ਪੁੱਤ ਪੋਤੇ ਗੁਰੂ ਨਾਨਕ ਦੇਵ ਜੀ ਨੂੰ ਖਾਣ ਪਹਿਨਣ ਭੁਲਾ ਮਰਦਾਨੇ ਡੂਮ ਸਮੇਤ ਜੰਗਲਾਂ ਵਿੱਚ ਬੈਠ ਕੇ ਕਰਤਾਰ ਦੇ ਗੁਣ ਗਾਉਂਦਿਆਂ ਤੇ ਹਿੰਦੂਆਂ ਮੁਸਲਮਾਨਾਂ ਤੋਂ ਵੱਖਰੀ ਚਾਲ ਚੱਲਦਾ ਦੇਖ ਕੇ ਕਰਾਹਿਆ ਸਮਝਣ ਲੱਗੇ ਤੇ ਕਹਿਣ ਲੱਗੇ ਕਿ ਉਸ ਦੀ ਮੱਤ ਮਾਰੀ ਗਈ ਹੈ, ਜੋ ਕਿਸੇ ਦੀ ਗੱਲ ਸੁਣਦਾ ਹੀ ਨਹੀਂ। ਉਸ ਤੋਂ ਅੱਗੇ ਹੈਗਾ ਮਾਸੀ ਇੰਗਲੈਂਡ ਤੋਂ ਇੰਡੀਆ ਕਿਉਂ ਪਰਤਾਉਣਾ ਚਾਹੁੰਦੀ ਹੈ। ਆਨਸਰ ਹੈਗਾ ਮਾਸੀ ਆਪਣੇ ਪੁੱਤਰ ਬਲਵੰਤ ਤੇ ਉਸ ਦੀ ਪਤਨੀ ਦੇ ਬੇਰੁਖੀ ਭਰੇ ਅਤੇ ਉਸ ਦੇ ਬੱਚਿਆਂ ਦੇ ਮੋਹ ਪਿਆਰ ਤੋਂ ਸੱਖਣੇ ਵਤੀਰੇ ਕਰਕੇ ਇੰਗਲੈਂਡ ਨੂੰ ਛੱਡ ਕੇ ਇੰਡੀਆ ਪਰਤ ਆਉਣਾ ਚਾਹੁੰਦੀ ਹੈ। ਉਸ ਨੂੰ ਆਪਣੇ ਪੁੱਤਰ ਬਲਵੰਤ ਦਾ ਵਤੀਰਾ ਆਪਣੇ ਲਈ ਕਿਸੇ ਦਿਲਚਸਪੀ ਤੋਂ ਸੱਖਣਾ ਜਾਪਦਾ ਹੈ, ਜਿਸ ਕੋਲ ਆਪਣੇ ਬਾਊ ਜੀ ਤੇ ਭੈਣ ਦੀ ਚਿੱਠੀ ਪੜ੍ਹਨ ਲਈ ਵਕਤ ਨਹੀਂ ਸੀ। ਉਸ ਨੂੰ ਆਪਣੀ ਨੂੰਹ ਦਾ ਰਵੱਈਆ ਗੋਰੀਆਂ ਤੋਂ ਵੀ ਭੈੜਾ ਤੇ ਆਦਰ ਸਤਿਕਾਰ ਰੋਹਿਤ ਜਾਪਦਾ ਹੈ। ਉਸ ਨੂੰ ਆਪਣੇ ਪੋਤੇ ਪੋਤਰੀਆਂ ਵੀ ਕਹਿਣੇ ਤੋਂ ਬਾਹਰ ਤੇ ਚੰਗੇ ਲੱਛਣਾਂ ਵਾਲੇ ਨਹੀਂ ਜਾਪਦੇ। ਉਸ ਨੂੰ ਬੱਚਿਆਂ ਦੁਆਰਾ ਮਾਸ ਮੱਛੀ ਤਲ ਕੇ ਖਾਣ ਨਾਲ ਆਪਣਾ ਧਰਮ ਭ੍ਰਿਸ਼ਟ ਹੋਇਆ ਜਾਪਦਾ ਹੈ। ਉਸ ਦੀ ਬੱਚੀਆਂ ਨਾਲ ਬੋਲੀ ਦੀ ਸਾਂਝ ਨਹੀਂ ਸੀ। ਅਜਿਹੀ ਸਥਿਤੀ ਵਿੱਚ ਉਸ ਨੂੰ ਜਾਪਦਾ ਹੈ ਕਿ ਉਹ ਉੱਥੇ ਘੁੱਟ-ਘੁੱਟ ਕੇ ਮਰ ਜਾਵੇਗੀ। ਉਸ ਨੂੰ ਉੱਥੋਂ ਦਾ ਵਾਤਾਵਰਣ ਮੜੀਆਂ ਤੋਂ ਵੀ ਬੁਰਾ ਜਾਪਦਾ ਹੈ। ਇਸ ਕਰਕੇ ਉਹ ਉੱਥੋਂ ਵਾਪਸ ਭਾਰਤ ਪਰਤ ਆਉਣਾ ਚਾਹੁੰਦੀ ਹੈ। ਉਸ ਤੋਂ ਅੱਗੇ 7ਵਾਂ ਪ੍ਰਸ਼ਨ ਹੈਗਾ, ਕੋਈ ਇੱਕ ਪਾਤਰ ਚਿੱਤਰਨ ਕਰੋ। ਬੰਤਾ ਜਾਂ ਵੀਰਾਵਲੀ। ਹਾਂਜੀ ਦੋਸਤੋ, ਵੀਰਾਵਾਲੀ ਦਾ ਪਾਤਰ ਚਿੱਤਰਨ ਜਿਹੜਾ ਤੁਹਾਨੂੰ ਦੱਸਾਂਗੇ। ਜਾਣ ਪਛਾਣ ਦੇ ਵਿੱਚ ਹੈਗਾ ਵੀਰਾਵਾਲੀ ਬੰਬ ਕੇਸ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਹ ਇੱਕ ਸ਼ਰਨਾਰਥੀ ਇਸਤਰੀ ਹੈ। ਉਸ ਦੇ 3 ਪੁੱਤਰ ਹਨ। ਉਹਨਾਂ ਵਿੱਚ ਇੱਕ ਵਜ਼ੀਰਾ ਹੈ ਜੋ ਕਿ ਇਕਾਂਗੀ ਦਾ ਮੁੱਖ ਪਾਤਰ ਹੈ। ਦੀਪੋ ਉਸ ਦੀ ਧੀ ਹੈ। ਇਕਾਂਗੀਕਾਰ ਨੇ ਉਸ ਦੀ ਇੱਕ ਮਾਂ ਦੇ ਰੂਪ ਵਿੱਚ ਸਫਲਤਾ ਸਹਿਤ ਪਾਤਰ ਉਸਾਰੀ ਕੀਤੀ ਹੈ। ਉਹ ਰੰਗਲੀਆਂ ਪੀੜ੍ਹੀਆਂ ਉੱਪਰ ਸੁੰਦਰ ਵੇਲੇ ਬੂਟੇ ਵਾਹ ਲੈਂਦੀ ਹੈ। ਉਹ ਇੱਕ ਦੁਖੀ ਇਸਤਰੀ ਹੈ। ਉਸ ਦੇ ਚਰਿੱਤਰ ਦੇ ਮੁੱਖ ਗੁਣ ਅੱਗੇ ਲਿਖੇ ਹਨ। ਸਾਰਿਆਂ ਤੋਂ ਪਹਿਲਾਂ ਹੈਗਾ ਪੁੱਤਰ ਪਿਆਰ ਨਾਲ ਭਰਪੂਰ। ਉਹ ਆਪਣੇ ਪੁੱਤਰ ਤੋਂ ਭਾਵੇਂ ਨਿਰਾਸ਼ ਹੈ, ਕਿਉਂਕਿ ਉਹ ਆਪਸ ਵਿੱਚ ਲੜਦੇ ਰਹਿੰਦੇ ਹਨ ਤੇ ਉਸ ਨੂੰ ਪਿਆਰ ਨਹੀਂ ਕਰਦੇ, ਪਰ ਉਹ ਕਹਿੰਦੀ ਹੈ ਕਿ ਮਾਪੇ ਕੁਮਾਪੇ ਨਹੀਂ ਹੁੰਦੇ। ਜਦੋਂ ਥਾਣੇਦਾਰ ਉਸ ਦੇ ਪੁੱਤਰ ਨੂੰ ਗ੍ਰਿਫਤਾਰ ਕਰ ਲੈਂਦਾ ਹੈ ਤਾਂ ਉਹ ਬਹੁਤ ਤਰਲੋ ਮੱਛੀ ਹੁੰਦੀ ਹੈ। ਉਸ ਤੋਂ ਅੱਗੇ ਹੈਗਾ ਧੀ ਦੇ ਵਿਆਹ ਦਾ ਫਿਕਰ ਕਰਨ ਵਾਲੀ। ਉਹ ਆਪਣੀ ਧੀ ਦੇ ਵਿਆਹ ਦਾ ਬਹੁਤ ਫਿਕਰ ਕਰਦੀ ਹੈ। ਉਹ ਕਹਿੰਦੀ ਹੈ, ਹੇ ਰੱਬਾ, ਹੁਣ ਇਹ ਸਿਆਣੀ ਹੋ ਗਈ ਹੈ, ਕੋਈ ਮੁੰਡਾ ਲੱਭੇ ਤਾਂ ਇਸ ਦਾ ਵੀ ਤਰੋਪਾ ਭਰਾਂ। ਉਸ ਤੋਂ ਅੱਗੇ ਹੈਗਾ ਪੁੱਤਰਾਂ ਦੇ ਮੁਕਾਬਲੇ ਧੀ ਨਾਲ ਵਿਤਕਰਾ ਰੱਖਣ ਵਾਲੀ। ਉਹ ਪੁੱਤਰ ਦੇ ਮੁਕਾਬਲੇ ਧੀ ਨਾਲ ਵਿਤਕਰਾ ਰੱਖਦੀ ਹੈ। ਇਸੇ ਕਰਕੇ ਉਹ ਦੀਪੋ ਤੋਂ ਗੁੜ ਦੀ ਉਹ ਡਲੀ ਲੈ ਲੈਂਦੀ ਹੈ ਜਿਹੜੀ ਉਸਨੇ ਲੁਕੋ ਕੇ ਆਪਣੇ ਪੁੱਤਰ ਲਈ ਰੱਖੀ ਹੋਈ ਸੀ। ਮਾਂ ਦੇ ਅਜਿਹੇ ਵਤੀਰੇ ਨੂੰ ਦੇਖ ਕੇ ਦੀਪੋ ਨੂੰ ਗੁੱਸਾ ਲੱਗਦਾ ਹੈ। ਹੌਸਲੇ ਵਾਲੀ। ਉਹ ਜਦੋਂ ਖੂਹ ਵਿੱਚ ਕੋਈ ਚੀਜ਼ ਡਿੱਗ ਪੈਂਦੀ ਸੀ ਤਾਂ ਖੂਹ ਵਿੱਚ ਉਤਰ ਕੇ ਕੱਢ ਲਿਆਂਦੀ ਸੀ। ਇਸ ਤਰ੍ਹਾਂ ਉਸਨੇ ਇੱਕ ਵਾਰੀ ਖੂਹ ਵਿੱਚੋਂ ਡਿੱਗਿਆ ਆਪਣਾ ਮੇਮਣਾ ਕੱਢਿਆ ਸੀ। ਭੋਲੀ ਭਾਲੀ। ਉਹ ਇੱਕ ਭੋਲੀ ਭਾਲੀ ਇਸਤਰੀ ਹੈ। ਉਹ ਸਿਪਾਹੀ ਤੇ ਥਾਣੇਦਾਰ ਦੀਆਂ ਚੁਸਤੀ ਭਰੀਆਂ ਗੱਲਾਂ ਨਹੀਂ ਸਮਝ ਸਕਦੀ। ਜਦੋਂ ਸਿਪਾਹੀ ਉਸ ਨੂੰ ਕਹਿੰਦਾ ਹੈ ਕਿ ਉਹ ਉਸ ਦੇ ਇੱਕ ਪੁੱਤਰ ਨੂੰ ਇੱਕ ਕੋਠੜੀ ਤੇ ਖਾਣਾ ਮੁਫਤ ਦੇਣਗੇ ਤਾਂ ਉਹ ਕਹਿੰਦੀ ਹੈ, ਤੁਹਾਡੇ ਬੱਚੜੇ ਜਿਉਣ, ਬੇਸ਼ੱਕ ਇੱਕ ਨੂੰ ਹੀ ਦਿਓ, ਇੱਕ ਦਾ ਬੰਦੋਬਸਤ ਹੋ ਜਾਏ, ਬਾਕੀਆਂ ਦਾ ਵੀ ਇੱਕ ਹੀ ਕੋਈ ਹੀਲਾ ਬਣ ਜਾਊ। ਉਸ ਤੋਂ ਅੱਗੇ ਹੈਗਾ ਹਾਸ ਰਸ ਪੈਦਾ ਕਰਨ ਵਾਲੀ। ਉਸ ਦੀ ਗੱਲਬਾਤ ਕਿਤੇ ਕਿਤੇ ਹਾਸ ਰਸ ਉਪਜਦਾ ਹੈ ਤੇ ਇਸ ਨਾਲ ਥਾਣੇਦਾਰ ਦਾ ਵਿਅੰਗਮਈ ਚਰਿੱਤਰ ਹੋਰ ਵੀ ਉਗੜਦਾ ਹੈ। ਇੱਕ ਦੁਖੀ ਇਸਤਰੀ। ਉਹ ਸ਼ਰਨਾਰਥੀ ਤੇ ਤੰਗੀਆਂ ਦੀ ਸ਼ਿਕਾਰ ਹੋਣ ਕਰਕੇ ਵੀ ਦੁਖੀ ਹੈ ਅਤੇ ਪੁੱਤਰ ਦੇ ਬਿਨਾਂ ਕਿਸੇ ਕਸੂਰ ਦੇ ਫੜੇ ਜਾਣ ਕਰਕੇ ਵੀ। ਤਾਂ ਉਸ ਤੋਂ ਅੱਗੇ ਆਪਣਾ ਹੈਗਾ ਪ੍ਰਸ਼ਨ 8, ਵਾਰਤਾਲਾਪ ਵਿੱਚੋਂ ਪੁੱਛੇ ਪ੍ਰਸ਼ਨਾਂ ਦੇ ਉੱਤਰ ਦਿਓ। ਤਾਂ ਇਹ ਵਾਰਤਾਲਾਪ ਪੁੱਛੀ ਗਈ ਆ, ਬੜੀ ਖਚਰੀ ਇਹ ਬੁੱਢੀਏ, ਲੈ ਹੁਣ ਸਫੈਦ ਪੋਸ਼ਾਂ ਸਰਕਾਰੀ ਅਫਸਰਾਂ ਤੇ ਸਰਦਾਰਾਂ ਨੂੰ ਵੀ ਵਿੱਚ ਲੈਣ ਲੱਗੀ ਏ। ਪ੍ਰਸ਼ਨ ਹੈਗੇ ਨੇ, ਇਹ ਸ਼ਬਦ ਕਿਹੜੀ ਇਕਾਂਗੀ ਵਿੱਚੋਂ ਲਏ ਗਏ ਹਨ। ਆਨਸਰ ਹੈਗਾ ਬੰਬ ਕੇਸ। ਦੂਜਾ ਹੈਗਾ ਇਸ ਇਕਾਂਗੀ ਦਾ ਲੇਖਕ ਕੌਣ ਹੈ। ਇਸ ਦਾ ਆਨਸਰ ਹੈਗਾ ਬਲਵੰਤ ਗਾਰਗੀ। ਤੀਜਾ ਪ੍ਰਸ਼ਨ ਹੈਗਾ, ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ। ਆਨਸਰ ਹੈਗਾ ਇਹ ਸ਼ਬਦ ਥਾਣੇਦਾਰ ਨੇ ਵੀਰਾਂਵਾਲੀ ਨੂੰ ਕਹੇ। ਚੌਥਾ ਹੈਗਾ ਖਚਰੀ ਬੁੱਢੀ ਕਿਸ ਨੂੰ ਕਿਹਾ ਗਿਆ ਤੇ ਕਿਉਂ। ਆਨਸਰ ਹੈਗਾ ਖਚਰੀ ਬੁੱਢੀ ਵੀਰਾਂਵਾਲੀ ਨੂੰ ਇਸ ਕਰਕੇ ਕਿਹਾ ਗਿਆ ਹੈ ਕਿਉਂਕਿ ਇਹ ਸ਼ਬਦ ਕਹਿਣ ਵਾਲਾ ਥਾਣੇਦਾਰ ਇਹ ਸਮਝਦਾ ਹੈ ਕਿ ਉਹ ਪਿੰਡ ਦੇ ਪਟਵਾਰੀ ਚੌਧਰੀ ਤੇ ਸਰਦਾਰਾਂ ਨੂੰ ਵਜ਼ੀਰੇ ਦਾ ਬੰਬਾਂ ਦੇ ਗਾਹਕ ਦੱਸ ਕੇ ਚਲਾਕੀ ਨਾਲ ਉਸ ਦਾ ਬਚਾਅ ਕਰਨਾ ਚਾਹੁੰਦੀ ਹੈ। ਆਪਣਾ ਪ੍ਰਸ਼ਨ ਨੰਬਰ 5 ਜਿਹੜਾ ਰਹਿ ਗਿਆ ਸੀ ਉਹ ਵੀ ਆਪਾਂ ਕਰ ਲੈਂਦੇ ਹਾਂ। ਸਾਰ ਲਿਖੋ, ਘਰ ਦਾ ਪਿਆਰ ਜਾਂ ਕੁਲਫੀ।
ਤਾਂ ਕੁਲਫੀ ਕਹਾਣੀ ਦਾ ਸਾਰ ਜਿਹੜਾ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ। ਜੇਕਰ ਦੂਸਰਾ ਸਾਰ ਚਾਹੀਦਾ ਤਾਂ ਟੈਲੀਗ੍ਰਾਮ ਚੈਨਲ 'ਤੇ ਉਹ ਵੀ ਆਪਾਂ ਅਪਲੋਡ ਕਰ ਦੇਵਾਂਗੇ। ਕੁਲਫੀ ਕਹਾਣੀ ਦੇ ਵਿੱਚ ਹੈਗਾ, ਜੂਨ ਦੇ ਮਹੀਨੇ ਦੁਪਹਿਰ ਵੇਲੇ ਕਹਾਣੀਕਾਰ ਸਭ 'ਤੇ ਲੰਮਾ ਪਿਆ ਆਪਣੀਆਂ ਆਰਥਿਕ ਮੁਸ਼ਕਲਾਂ ਬਾਰੇ ਸੋਚ ਰਿਹਾ ਸੀ। ਇੰਨੇ ਨੂੰ ਬਾਹਰ ਕੁਲਫੀ ਵਾਲੇ ਨੇ ਹੋਕਾ ਦਿੱਤਾ। ਅਜੇ ਉਸ ਦੀ ਨੀਂਦ ਪੂਰੀ ਨਹੀਂ ਹੋਈ ਸੀ ਕਿ ਉਸ ਨੂੰ ਉਸ ਦੇ ਛੋਟੇ ਕਾਕੇ ਨੇ ਹਲੂਣ ਕੇ ਜਗਾਇਆ ਤੇ ਖਰਚਣ ਲਈ 1 ਟਕਾ ਮੰਗਿਆ। ਪਰ ਮਹੀਨੇ ਦੀ 26 ਤਰੀਕ ਹੋਣ ਕਰਕੇ ਕਹਾਣੀਕਾਰ ਦੀ ਜੇਬ ਵਿੱਚ 1 ਪੈਸਾ ਵੀ ਨਹੀਂ ਸੀ। ਇਸ ਕਰਕੇ ਹੀ ਕਹਾਣੀਕਾਰ ਨੂੰ ਬਾਹਰੋਂ ਮੁਰਮਰੇ ਵਾਲੇ ਦਾ ਹੋਕਾ ਸੁਣਾਈ ਦਿੱਤਾ ਤੇ ਕਾਕਾ ਟਕਾ ਲੈਣ ਲਈ ਜਿੱਦ ਕਰਨ ਲੱਗਾ। ਕਹਾਣੀਕਾਰ ਨੇ ਕਾਕੇ ਨੂੰ ਕਿਹਾ ਕਿ ਟਕਾ ਭੈੜਾ ਹੁੰਦਾ ਹੈ, ਪਰ ਕਾਕਾ ਇਸ ਗੱਲ ਨਾਲ ਸਹਿਮਤ ਨਾ ਹੋਇਆ। ਫਿਰ ਜਦੋਂ ਕਹਾਣੀਕਾਰ ਨੇ ਕਿਹਾ ਕਿ ਮੁਰਮਰਾ ਭੈੜਾ ਹੁੰਦਾ ਹੈ ਤਾਂ ਕਾਕਾ ਕਹਿਣ ਲੱਗਾ ਕਿ ਨਹੀਂ, ਮੁਰਮਰਾ ਮਿੱਠਾ ਹੁੰਦਾ ਹੈ। ਕਹਾਣੀਕਾਰ ਨੇ ਕਾਕੇ ਨੂੰ ਜਿੱਦ ਨਾ ਛੱਡਦਾ ਦੇਖ ਕੇ ਅਸੀਂ ਸ਼ਾਮੋਂ ਬਾਜ਼ਾਰੋਂ ਕੁਲਫੀ ਖਾਵਾਂਗੇ। ਕਾਕਾ ਕੁਲਫੀ ਖਾਣ ਲਈ ਮੰਨ ਗਿਆ। ਕਹਾਣੀਕਾਰ ਕਿਸੇ ਛਾਬੜੀ ਵਾਲੇ ਦੇ ਆਉਣ ਤੋਂ ਡਰਦਾ ਕੜਕਦੀ ਧੁੱਪ ਵਿੱਚ ਘਰੋਂ ਬਾਹਰ ਚਲਾ ਗਿਆ ਤੇ ਸੜਕਾਂ 'ਤੇ ਘੁੰਮਦਾ ਸੋਚ ਰਿਹਾ ਸੀ ਕਿ ਉਹ ਤਨਖਾਹ ਦੇ ਵਾਧੇ ਲਈ ਆਪਣੇ ਮਾਲਕ ਨਾਲ ਟੱਕਰ ਲੈਣ ਜੋਗਾ ਨਹੀਂ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਨੌਕਰੀ ਤੋਂ ਜਵਾਬ ਮਿਲ ਜਾਵੇਗਾ। ਸ਼ਾਮ ਨੂੰ ਇਹ ਸਮਝ ਕੇ ਕਿ ਕਾਕਾ ਸੋ ਗਿਆ ਹੋਵੇਗਾ, ਕਹਾਣੀਕਾਰ ਕਾਲੀ ਕਾਲੀ ਘਰ ਆਇਆ, ਪਰ ਕਾਕਾ ਜਾਗਦਾ ਸੀ ਤੇ ਉਸ ਨੇ ਚੱਲ ਕੇ ਕੁਲਫੀ ਖਾਣ ਲਈ ਕਿਹਾ। ਪਰ ਕਹਾਣੀਕਾਰ ਦੇ ਦਬਕੇ ਨਾਲ ਬੱਚਾ ਚੁੱਪ ਕਰ ਗਿਆ। ਫਿਰ ਕਹਾਣੀਕਾਰ ਨੇ ਉਸ ਨੂੰ ਗੋਦ ਵਿੱਚ ਲੈ ਕੇ ਕਿਹਾ ਕਿ ਹੁਣ ਰਾਤ ਪੈ ਗਈ ਹੈ, ਕੁਲਫੀ ਖਾਣ ਕੱਲ੍ਹ ਚੱਲਾਂਗੇ। ਦੂਸਰੇ ਦਿਨ ਕਹਾਣੀਕਾਰ ਨੇ ਇੱਕ ਸਾਥੀ ਤੋਂ 3 ਰੁਪਏ ਉਧਾਰੇ ਲਏ। ਜਦ ਉਹ ਦੁਪਹਿਰ ਘਰ ਪਹੁੰਚਿਆ ਤਾਂ ਕਾਕਾ ਸੁੱਤਾ ਪਿਆ ਸੀ ਤੇ ਘਰਵਾਲੀ ਨੇ ਘਰ ਦੀਆਂ ਲੋੜਾਂ ਲਈ ਕਹਾਣੀਕਾਰ ਤੋਂ 3 ਰੁਪਏ ਲੈ ਲਏ। ਕਾਕੇ ਨੇ ਜਾਗਦਿਆਂ ਹੀ ਕੁਲਫੀ ਮੰਗੀ। ਕਹਾਣੀਕਾਰ ਨੇ ਸ਼ਾਮ ਨੂੰ ਕੁਲਫੀ ਖਾਣ ਦਾ ਵਾਅਦਾ ਕਰਕੇ ਛੁਟਕਾਰਾ ਪਾਇਆ। ਮਾਂ ਤੋਂ ਮਿਲਿਆ ਟਕਾ ਕਾਕੇ ਨੇ ਕਹਾਣੀਕਾਰ ਕੋਲ ਜਮ੍ਹਾਂ ਕਰਵਾ ਦਿੱਤਾ। ਸ਼ਾਮ ਨੂੰ ਕਹਾਣੀਕਾਰ ਖੇਡਣ ਦੇ ਬਹਾਨੇ ਘਰੋਂ ਚਲਾ ਗਿਆ ਤੇ ਕਾਫੀ ਰਾਤ ਗੁਜ਼ਰੀ ਤੇ ਆਇਆ। ਕਾਕਾ ਉਸ ਦੀ ਬਹੁਤ ਚਿਰ ਉਡੀਕ ਕਰਕੇ ਸੋ ਗਿਆ ਸੀ। ਅੱਧੀ ਰਾਤ ਵੇਲੇ ਸੁੱਤਾ ਕਾਕਾ ਕੁਲਫੀ ਬੜਬੜਾਉਣ ਲੱਗਾ। ਕਹਾਣੀਕਾਰ ਬਹਿਬਲ ਹੋ ਉੱਠਿਆ। ਅਗਲੇ ਦਿਨ ਕਾਕੇ ਨੇ ਕੁਲਫੀ ਨਾ ਮੰਗੀ। ਦੁਪਹਿਰ ਵੇਲੇ ਰੋਟੀ ਖਾ ਕੇ ਕਹਾਣੀਕਾਰ ਸੋ ਗਿਆ। ਇੰਨੇ ਨੂੰ ਬਾਹਰ ਕੁਲਫੀ ਵਾਲੇ ਨੇ ਹੋਕਾ ਦਿੱਤਾ। ਕਾਕਾ ਇੱਕ ਬੱਤਖ ਨਾਲ ਖੇਡ ਰਿਹਾ ਸੀ। ਉਹ ਬੱਤਖ ਸੁੱਟ ਕੇ ਖੜਾ ਹੋ ਗਿਆ ਤੇ ਕਹਾਣੀਕਾਰ ਨੂੰ ਜਗਾਏ ਬਗੈਰ ਬਾਹਰ ਨੂੰ ਤੁਰ ਪਿਆ। ਕਹਾਣੀਕਾਰ ਵੀ ਉੱਠ ਕੇ ਉਸ ਦੇ ਮਗਰ ਬੂਹੇ ਓਲੇ ਜਾ ਖੜਾ ਹੋਇਆ। ਇਸ ਸਮੇਂ ਕੁਲਫੀ ਵਾਲਾ ਸ਼ਾਹਾਂ ਦੇ ਮੁੰਡੇ ਨੂੰ ਕੁਲਫੀ ਦੇਣ ਲੱਗਾ ਸੀ। ਇਹ ਮੁੰਡਾ ਕਾਕੇ ਤੋਂ 3 ਸਾਲ ਵੱਡਾ ਸੀ ਤੇ ਤਕੜਾ ਵੀ ਸੀ। ਕਾਕਾ ਨੇੜੇ ਖੜਾ ਹੋ ਕੇ ਕੁਲਫੀ ਵੱਲ ਵੇਖ ਰਿਹਾ ਸੀ। ਜਿਉਂ ਹੀ ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਦੇ ਹੱਥ 'ਤੇ ਕੁਲਫੀ ਦੀ ਪਲੇਟ ਰੱਖੀ, ਕਾਕਾ ਧੁੱਸ ਦੇ ਕੇ ਪੈ ਗਿਆ। ਸ਼ਾਹਾਂ ਦਾ ਮੁੰਡਾ ਨਾਲੀ ਵਿੱਚ ਡਿੱਗ ਪਿਆ ਤੇ ਕੁਲਫੀ ਖਿੱਲਰ ਗਈ। ਸ਼ਾਹਾਂ ਦਾ ਮੁੰਡਾ ਗੁੱਸਾ ਖਾ ਕੇ ਉੱਠਿਆ ਤੇ ਕਾਕੇ ਨੇ ਹੋਰ ਇੱਕ ਢੁੱਠ ਮਾਰ ਕੇ ਉਸ ਨੂੰ ਮੁੜ ਨਾਲੀ ਵਿੱਚ ਸੁੱਟ ਦਿੱਤਾ। ਕੁਲਫੀ ਵਾਲਾ ਕਾਕੇ ਨੂੰ ਚਪੇੜ ਮਾਰਨ ਲੱਗਾ ਹੀ ਸੀ, ਪਰ ਕਹਾਣੀਕਾਰ ਨੇ ਦੌੜ ਕੇ ਉਸ ਨੂੰ ਚੁੱਕ ਲਿਆ। ਸ਼ਾਹਣੀ ਕਹਾਣੀਕਾਰ ਦੇ ਘਰ ਉਲਾਂਭਾ ਲੈ ਕੇ ਆਈ। ਕਹਾਣੀਕਾਰ ਦੀ ਪਤਨੀ ਕਾਕੇ ਨੂੰ ਚਪੇੜ ਮਾਰਨ ਲੱਗੀ, ਪਰ ਕਹਾਣੀਕਾਰ ਨੇ ਕਿਹਾ, ਕੁਝ ਵੰਡ ਛਦੈਣੇ ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ। ਤਾਂ ਹਾਂਜੀ ਦੋਸਤੋ, ਧੰਨਵਾਦ। ਇਹ ਸੀ 10ਵੀਂ ਜਮਾਤ ਦਾ ਪੰਜਾਬੀ ਏ ਦਾ ਸੈਂਪਲ ਪੇਪਰ ਵਿਦ ਸੋਲਿਊਸ਼ਨ। ਜੇਕਰ ਕਿਸੇ ਹੋਰ ਜਮਾਤ ਦਾ ਸੈਂਪਲ ਪੇਪਰ ਵਿਦ ਸੋਲਿਊਸ਼ਨ ਚਾਹੀਦਾ, ਕਮੈਂਟ ਬਾਕਸ ਵਿੱਚ ਦੱਸ ਦੇਣਾ, ਆਪਾਂ ਉਹ ਵੀ ਅਪਲੋਡ ਕਰ ਦੇਵਾਂਗੇ।